Now let us start with your next poem. The name of the next poem is Dover Beach by Matthew Arnold. This is the poem, and now let us have a look at the poet. So here is the poet. The name of the poet is Matthew Arnold, and he was born in 1822 and died in 1888. So open your books on page number 34. Matthew Arnold is a representative poet of the Victorian age. Okay, so Victorian age ਨੂੰ belong ਕਰਦਾ ਸੀ. Why that particular age was called the Victorian age? So ਇਹਨੂੰ ਥੋੜਾ ਜਿਹਾ ਸਮਝੋ. So this age was named after Queen Victoria, who was the ruler of England at that time. So ਇਸ ਟਾਈਮ ਨੂੰ particular ਟਾਈਮ ਨੂੰ ਵਿਕਟੋਰੀਅਨ ਏਜ ਕਿਉਂ ਕਿਹਾ ਜਾਂਦਾ ਸੀਗਾ? ਬਿਕੋਜ਼ ਕੁਈਨ ਵਿਕਟੋਰੀਆ ਵਾਜ਼ ਦ ਰੂਲਰ ਆਫ ਇੰਗਲੈਂਡ. So this particular time, this particular era was named after her. So she became the ruler in 1837 and she ruled till 1901. So ਇਸ ਕਰਕੇ ਇਸ ਯੁੱਗ ਦਾ ਨਾਮ ਕੀ ਪੈ ਗਿਆ? ਵਿਕਟੋਰੀਅਨ ਏਜ. ਸੋ ਹੁਣ ਦੇਖੋ ਇਹਦੀ ਖਾਸੀਅਤ ਕੀ ਸੀਗੀ? what were the peculiar characteristics of this age? So it was an age of rapid progress and advancement. So ਇੱਕ ਤਾਂ ਪਹਿਲਾਂ ਦਿਮਾਗ 'ਚ ਰੱਖੋ ਕਿ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਸੀ. So and very fast progress was being made in many areas, in many fields, and particularly in the field of science and technology. So ਇਸ ਯੁੱਗ ਦੇ ਵਿੱਚ ਹੀ for the first time machinery was introduced. So machines came into existence. Machines started being used in the factories. So ਇਹ ਵਾਲਾ ਟਾਈਮ ਸੀ ਜਦੋਂ ਫੈਕਟਰੀਆਂ ਦੇ ਵਿੱਚ ਪਹਿਲੀ ਵਾਰੀ ਮਸ਼ੀਨਾਂ ਆਈਆਂ and they took the place of men. So many people became unemployed ਕਿਉਂਕਿ ਮਸ਼ੀਨਾਂ ਆ ਗਈਆਂ ਜਿਹੜੀਆਂ ਕਿ ਇੱਕ ਮਸ਼ੀਨ ਕਿੰਨੇ ਬੰਦਿਆਂ ਦਾ ਕੰਮ ਕਰਦੀ ਸੀਗੀ. Another particular characteristic of this age was that there was rapid advancement in the field of science. Science was bringing forth many new theories with adequate proofs. So science बहुत ਨਵੀਆਂ theories ਲੈ ਕੇ ਆ ਰਹੀ ਸੀ ਸਾਹਮਣੇ. ਔਰ ਸਾਇੰਸ ਦੇ ਕੋਲ ਕਈ ਪ੍ਰੂਫ ਸੀਗੇ ਆਪਣੀਆਂ ਚੀਜ਼ਾਂ ਨੂੰ ਪ੍ਰੂਵ ਕਰਨ ਦੇ. ਸੋ ਵਾਟ ਵਾਜ਼ ਦ ਪ੍ਰੋਬਲਮ ਵਿਦ ਦਿਸ? ਸੋ ਹੁਣ ਜੇ ਸਾਇੰਸ ਤਰੱਕੀ ਕਰ ਰਹੀ ਹੈ ਤਾਂ ਇਹਦੇ ਵਿੱਚ ਖਾਸ ਪ੍ਰੋਬਲਮ ਕੀ ਆ ਰਹੀ ਸੀਗੀ? ਦੈਟ ਵਾਟ ਐਵਰ ਸਾਇੰਸ ਵਾਜ਼ ਟੈਲਿੰਗ ਐਟ ਦੈਟ ਟਾਈਮ ਵਾਜ਼ ਇਨ ਡਾਇਰੈਕਟ ਕੌਨਫਲਿਕਟ ਵਿਦ ਵਾਟ ਐਵਰ ਰਿਲੀਜਨ ਹੈਡ ਬੀਨ ਟੈਲਿੰਗ ਮੈਨ ਸਿੰਸ ਏਜਿਸ. ਕਲੀਅਰ ਕਿ ਜੇ ਸਪੋਜ਼ ਸਾਇੰਸ ਦੇ ਵਿੱਚ ਤਰੱਕੀ ਹੋ ਰਹੀ ਹੈ ਤਾਂ ਚੰਗੀ ਗੱਲ ਹੈ, ਪਰ ਇਹਦੇ ਨਾਲ ਇੱਕ ਪ੍ਰੋਬਲਮ ਕੀ ਆ ਰਹੀ ਸੀਗੀ ਕਿ ਸਾਇੰਸ ਜਿਹੜੀਆਂ ਚੀਜ਼ਾਂ ਦੱਸ ਰਹੀ ਸੀਗੀ ਉਹ ਕੀ ਸੀਗੀਆਂ? ਉਹ ਮੇਲ ਕਿਹਦੇ ਨਾਲ ਨਹੀਂ ਖਾਂਦੀਆਂ ਸੀਗੀਆਂ? ਜੋ ਧਰਮ ਦੱਸ ਰਿਹਾ ਸੀ, ਜੋ ਕ੍ਰਿਸਚੈਨਿਟੀ ਨੇ ਕਿੰਨੇ ਟਾਈਮ ਤੋਂ ਜੋ ਕ੍ਰਿਸਚੈਨਿਟੀ ਮੈਨਕਾਈਂਡ ਨੂੰ ਦੱਸ ਰਹੀ ਸੀਗੀ, ਉਹ ਸਾਰਾ ਕੁਛ ਕਿਹਦੇ ਨਾਲ ਕੌਨਫਲਿਕਟ ਵਿੱਚ ਸੀਗਾ, ਕਿਹਦੇ ਨਾਲ ਮੇਲ ਨਹੀਂ ਖਾ ਰਿਹਾ ਸੀਗਾ ਜੋ ਹੁਣ ਸਾਇੰਸ ਦੱਸ ਰਹੀ ਸੀ. ਸੋ one particular example is that of Origin of Species by Charles Darwin. ਸੋ ਚਾਰਲਸ ਡਾਰਵਿਨ ਇੱਕ ਸਾਇੰਟਿਸਟ ਸੀ ਜਿਹੜਾ ਕਿ ਇੱਕ ਬਹੁਤ ਹੀ ਮਹੱਤਵਪੂਰਨ ਥਿਊਰੀ ਲੈ ਕੇ ਆਇਆ ਐਂਡ ਦੈਟ ਵਾਜ਼ ਦ ਓਰੀਜਨ ਆਫ ਸਪੀਸ਼ੀਜ਼. ਕਿ ਦੁਨੀਆ ਦੇ ਵਿੱਚ ਮਨੁੱਖ ਕਿੱਦਾਂ ਐਗਜ਼ਿਸਟੈਂਸ ਵਿੱਚ ਆਇਆ, ਮੈਨ ਕਿੱਦਾਂ, ਹਾਊ ਮੈਨ ਕੇਮ ਇਨ ਟੂ ਐਗਜ਼ਿਸਟੈਂਸ and particularly how he acquired his present form, his present shape. Okay, so ਇਹ ਚੀਜ਼ ਜਦੋਂ ਸਾਇੰਸ ਨੇ ਦੱਸੀ ਤਾਂ it was in direct contrast to what religion had been telling. Okay, so ਕਿਉਂਕਿ religion ਨੇ ਕੀ ਦੱਸਿਆ ਸੀਗਾ ਕਿ God created this world in 6 days and on the 7th day he rested. ਸੋ ਇਹ ਤਾਂ ਦੱਸਿਆ ਸੀਗਾ ਰਿਲੀਜਨ ਨੇ, ਔਰ ਰਿਲੀਜਨ ਦੀ ਆਪਣੀ ਹੀ ਥਿਊਰੀ ਸੀਗੀ ਕਾਹਦੀ ਕ੍ਰੀਏਸ਼ਨ ਦੇ ਪਿੱਛੇ ਕਿ ਮੈਨ ਨੂੰ ਗੋਡ ਨੇ ਬਣਾਇਆ. ਕਲੀਅਰ? ਔਰ ਉਹਨੇ ਐਡਮ ਐਂਡ ਈਵ ਹੀ ਕ੍ਰੀਏਟਿਡ 2 people first
2 persons first. So God ਨੇ ਇਹਨਾਂ ਨੂੰ ਕ੍ਰੀਏਟ ਕੀਤਾ ਸੀ. So this had been propagated by religion up till that time. Okay, so ਇਹ ਚੀਜ਼ਾਂ ਔਰ ਇਹਦੇ ਨਾਲ ਕੀ ਪ੍ਰੋਬਲਮ ਕੀ ਆ ਰਹੀ ਸੀਗੀ ਕਿ ਇਹ ਚੀਜ਼ਾਂ ਰਿਲੀਜਨ ਨੇ ਦੱਸੀਆਂ ਸੀਗੀਆਂ, ਬਟ ਸਾਇੰਸ ਵਾਜ਼ ਨਿਗੇਟਿੰਗ ਆਲ ਦੈਟ ਰਿਲੀਜਨ ਹੈਡ ਬੀਨ ਟੈਲਿੰਗ. ਪਰ ਸਾਇੰਸ ਹੁਣ ਹੋਰ ਚੀਜ਼ਾਂ, ਸਾਇੰਸ ਉਹ ਜਿਹੜੀਆਂ ਚੀਜ਼ਾਂ ਧਰਮ ਨੇ ਦੱਸੀਆਂ ਸੀਗੀਆਂ, ਸਾਇੰਸ ਉਹ ਕੁਛ ਹੋਰ ਹੀ ਗੱਲ ਕਰੀ ਜਾ ਰਹੀ ਸੀ. ਸੋ ਇਹਦੇ ਨਾਲ ਕੀ ਪ੍ਰੋਬਲਮ ਆ ਰਹੀ ਸੀ, ਇਹਦੇ ਨਾਲ ਪੀਪਲ ਵਰ ਬਿਕਮਿੰਗ ਵੈਰੀ ਡਿਸਟਰਬਡ, ਬਿਕੋਜ਼ ਕ੍ਰਿਸਚੈਨਿਟੀ ਨੇ ਜੋ ਵੀ ਦੱਸਿਆ ਸੀਗਾ ਉਹਨਾਂ ਨੂੰ ਕੀ ਲੱਗ ਰਿਹਾ ਸੀ, ਮੈਨਕਾਈਂਡ ਨੂੰ ਕੀ ਲੱਗ ਰਿਹਾ ਸੀਗਾ, ਦੈਟ ਆਲ ਹੈਡ ਬੀਨ ਫਾਲਸ, ਵਾਟ ਐਵਰ ਰਿਲੀਜਨ ਹੈਡ ਬੀਨ ਟੈਲਿੰਗ. ਕਲੀਅਰ, ਉਹਨਾਂ ਨੂੰ ਕੀ ਲੱਗ ਰਿਹਾ ਸੀਗਾ. ਨੈਚੁਰਲੀ ਰਿਲੀਜਨ ਇਜ਼ the greatest support of a believer. It provides succor, it provides support during the trying times. So God ਦੇ ਵਿੱਚ ਜਿਹੜਾ ਵਿਸ਼ਵਾਸ ਹੈ, ਜਿਹੜਾ ਫੇਥ ਹੈਗਾ, ਉਹੀ ਮੈਨਕਾਈਂਡ ਨੂੰ ਸਸਟੇਨ ਕਰਦਾ ਹੈ. ਸੋ ਉਸ ਵੇਲੇ ਪੀਪਲ ਵਰ ਬਿਕਮਿੰਗ ਵੈਰੀ ਡਿਸਟਰਬਡ, ਦੇ ਵਰ ਲੂਜ਼ਿੰਗ ਆਲ ਹੋਪ. ਸੋ ਇਹ ਇਸ ਚੀਜ਼ ਦੀ ਖਾਸੀਅਤ ਸੀ ਕਿ ਹੁਣ ਤੱਕ ਰਿਲੀਜਨ ਨੇ, ਕ੍ਰਿਸਚੈਨਿਟੀ ਨੇ ਉਹਨਾਂ ਨੂੰ ਬਹੁਤ ਮੈਨ ਨੂੰ ਬਹੁਤ ਸਪੋਰਟ ਦਿੱਤੀ ਸੀਗੀ. ਪਰ ਹੁਣ ਪ੍ਰੋਬਲਮ ਕੀ ਆ ਰਹੀ ਸੀਗੀ ਕਿ ਧਰਮ ਨੇ ਜੋ ਵੀ ਦੱਸਿਆ ਸੀ ਉਹਨਾਂ ਨੂੰ ਹੁਣ ਕੀ ਲੱਗ ਰਿਹਾ ਸੀਗਾ, ਮੈਨਕਾਈਂਡ ਨੂੰ ਕੀ ਲੱਗ ਰਿਹਾ ਸੀ, ਪਤਾ ਨਹੀਂ ਸੱਚ ਹੈਗਾ ਕਿ ਨਹੀਂ ਹੈਗਾ. ਸੋ ਇਹ ਹੁਣ ਆਪਾਂ ਇਸ ਬੈਕਗਰਾਊਂਡ ਨੂੰ ਦਿਮਾਗ 'ਚ ਰੱਖ ਕੇ ਅਸੀਂ ਹੁਣ ਕੀ ਪੜ੍ਹਾਂਗੇ, ਵੀਲ ਟਰਾਈ ਟੂ ਅੰਡਰਸਟੈਂਡ ਦਿਸ ਬਿਊਟੀਫੁਲ ਪੋਇਮ. ਹੁਣ ਇਹਨੂੰ ਦੇਖੋ. ਨਾਓ ਲੈਟ ਅਸ ਸਟਾਰਟ with the poem now. देखो, Dover Beach. So first of all a picture of Dover Beach. So ये Dover Beach है, देखो जिधर बारे उन्हें लिखा है. So it's a beautiful place. So beach की हुंदी है sea shore, समुंदर दा किनारा. So ये वाला जिहड़ा Dover Beach है ये कित्थे situated है? It is situated in England. England दे विच है. So समुंदर दा किनारा है, बहुत खूबसूरत, इंग्लैंड दे विच. ਡੋਵਰ ਬੀਚ ਉੱਥੇ ਹੀ ਹੈਗੀ ਹੈ. ਦੇਖੋ ਇਹਨੂੰ ਹੁਣ. ਸੋ ਨਾਓ ਲੈਟ ਅਸ ਸਟਾਰਟ ਵਿਦ ਦ ਪੋਇਮ. ਦ ਸੀ ਇਜ਼ ਕਾਮ ਟੂ ਨਾਈਟ. ਸੋ ਜਿਹੜਾ ਪੋਇਟ ਹੈ ਉਹ ਕੀ ਕਹਿ ਰਿਹਾ, ਸਮੁੰਦਰ ਦੇ ਕਿਨਾਰੇ ਖੜਾ ਹੈ, ਰਾਤ ਦਾ ਟਾਈਮ ਹੈ. ਫਿਰ ਉਹ ਕੀ ਕਹਿ ਰਿਹਾ ਹੈ ਕਿ ਸਮੁੰਦਰ ਅੱਜ ਬਹੁਤ ਸ਼ਾਂਤ ਹੈ. ਦ ਸੀ ਇਜ਼ ਕਾਮ ਟੂ ਨਾਈਟ, ਦ ਟਾਈਡ ਇਜ਼ ਫੁੱਲ. ਸੋ ਦ ਟਾਈਡ ਇਜ਼ ਫੁੱਲ ਦਾ ਮਤਲਬ ਕੀ ਹੈਗਾ ਕਿ ਲਹਿਰਾਂ ਬਹੁਤ ਉੱਚੀਆਂ ਉੱਚੀਆਂ ਉੱਠ ਰਹੀਆਂ ਹੈਗੀਆਂ. ਸਮੁੰਦਰ ਪੂਰਾ ਭਰਿਆ ਹੋਇਆ ਹੈ, ਹਰਾ ਭਰਾ ਹੈਗਾ. ਸੋ ਦ ਟਾਈਡ ਇਜ਼ ਫੁੱਲ, ਦ ਮੂਨ ਲਾਈਜ਼ ਫੇਅਰ ਐਂਡ ਦ ਮੂਨ ਇਜ਼ ਲੁਕਿੰਗ ਵੈਰੀ ਬਿਊਟੀਫੁਲ. ਚੰਨ ਚਮਕ ਰਿਹਾ ਹੈ. ਦ ਮੂਨ ਲਾਈਜ਼ ਫੇਅਰ ਅਪੋਨ ਦ ਸਟ੍ਰੇਟਸ. ਸੋ ਜਿਹੜਾ ਚੰਨ ਹੈਗਾ ਉਹ ਇਟ ਇਜ਼ ਸ਼ਾਈਨਿੰਗ ਵੈਰੀ ਬਿਊਟੀਫੁਲੀ ਐਂਡ ਦ ਮੂਨ ਲਾਈਟ ਇਜ਼ ਫੋਲਿੰਗ ਅਪੋਨ ਦ ਸਟ੍ਰੇਟਸ. Now straits ਕੀ ਹੈਗੀਆਂ? Strait simply means passage of water between two land masses. ਇੱਥੇ ਕੀ ਹੈਗਾ? Between England and France. ਕਲੀਅਰ? ਹੁਣ ਇਹਨੂੰ ਤੁਸੀਂ ਧਿਆਨ ਨਾਲ ਦੇਖੋ ਕਿ ਸਟ੍ਰੇਟਸ ਦਾ ਮਤਲਬ ਕੀ ਹੈਗਾ? ਸਮੁੰਦਰ ਦਾ ਉਹ ਵਾਲਾ. ਸੋ ਬੇਸਿਕਲੀ ਜਿੱਥੇ ਸਮੁੰਦਰ ਇੰਨਾ ਵਿਰਾਟ ਨਹੀਂ ਹੁੰਦਾ, ਇੰਨਾ ਚੌੜਾ ਨਹੀਂ ਹੁੰਦਾ, ਉਹਨੂੰ ਕੀ ਕਿਹਾ ਜਾਂਦਾ? ਸਟ੍ਰੇਟਸ ਕਿਹਾ ਜਾਂਦਾ ਹੈ. ਇਟ ਇਜ਼ ਅ ਨੈਰੋ ਸਟ੍ਰਿਪ ਆਫ ਸੀ ਬਿਟਵੀਨ ਟੂ ਏਰੀਆਜ਼ ਆਫ ਲੈਂਡ. ਆਈ ਹੋਪ ਯੂ ਆਰ ਗੈਟਿੰਗ ਵਾਟ ਆਈ ਐਮ ਟਰਾਈਂਗ ਟੂ ਸੇ. ਦੇਖੋ ਇਹਨੂੰ ਸਟ੍ਰੇਟਸ ਦਾ ਮਤਲਬ ਕੀ ਹੁੰਦਾ? ਜਿੱਥੇ ਕਿ ਸਮੁੰਦਰ ਜ਼ਿਆਦਾ ਚੌੜਾ ਨਹੀਂ ਹੁੰਦਾ. ਕਲੀਅਰ? ਇਟ ਇਜ਼ ਅ ਨੈਰੋ ਸਟ੍ਰਿਪ ਆਫ ਸੀ ਬਿਟਵੀਨ ਟੂ ਏਰੀਆਜ਼ ਆਫ ਲੈਂਡ. ਕਲੀਅਰ? ਹੁਣ ਡੋਵਰ ਬੀਚ ਦੀ ਖਾਸੀਅਤ ਕੀ ਹੈ ਕਿ ਇਹ ਇੱਥੋਂ ਦੀ ਫਰਾਂਸ ਦਿਖਦਾ ਹੈਗਾ. ਕਲੀਅਰ? ਬਿਕੋਜ਼ ਇਟ ਇਜ਼ ਹੀਅਰ ਦ ਸੀ ਇਜ਼ ਨਾਟ ਵੈਰੀ ਬਰੋਡ. ਹੁਣ ਦੇਖੋ ਇੱਧਰਲੇ ਪਾਸੇ ਕੀ ਹੈਗਾ? ਲੰਡਨ, ਇੰਗਲੈਂਡ ਹੈਗਾ ਇੱਧਰਲੀ ਸਾਈਡ 'ਤੇ. ਕਲੀਅਰ? ਔਰ ਸਾਹਮਣੇ ਕੀ ਦਿਖ ਰਿਹਾ? ਸਾਹਮਣੇ ਫਰਾਂਸ ਦਿਖ ਰਿਹਾ ਹੈਗਾ. ਸੋ ਇਸ ਜਗ੍ਹਾ ਦੀ ਇਹ ਖਾਸੀਅਤ ਹੈ. ਨੋਰਮਲੀ ਵੈਨ ਯੂ ਆਰ ਸਟੈਂਡਿੰਗ ਐਟ ਦ ਸੀ ਸ਼ੋਰ, ਜੋ ਤੁਸੀਂ ਸਮੁੰਦਰ ਦੇ ਕਿਨਾਰੇ ਖੜ੍ਹੇ ਹੁੰਦੇ ਹੋ, the sea is so vast that you cannot see the other end. If those of you who have visited the seashore
might be knowing that the sea is very huge, the sea is very vast। ਔਰ ਜਦੋਂ ਤੁਸੀਂ ਇੱਕ ਪਾਸੇ ਖੜੇ ਹੁੰਦੇ ਹੋ ਤੁਹਾਨੂੰ ਹਰ ਪਾਸੇ ਸਮੁੰਦਰ ਹੀ ਸਮੁੰਦਰ, ਪਾਣੀ ਹੀ ਪਾਣੀ ਦਿਖਦਾ ਹੈਗਾ, ਤੁਹਾਨੂੰ ਕਦੀ ਵੀ ਸਾਹਮਣੇ ਵਾਲਾ ਕਿਨਾਰਾ ਨਹੀਂ ਦਿਖਾਈ ਦਿੰਦਾ। ਕਲੀਅਰ। ਪਰ ਸਟ੍ਰੇਟਸ ਆਪਾਂ ਕਿਹਨਾਂ ਨੂੰ ਕਹਿੰਦੇ, ਜਿੱਥੇ ਕਿ ਜਿੱਥੇ ਸਮੁੰਦਰ ਇੰਨਾ ਚੌੜਾ ਨਹੀਂ ਹੁੰਦਾ ਔਰ ਜਿੱਥੇ ਕਿ ਤੁਹਾਨੂੰ ਸਾਹਮਣੇ ਵਾਲਾ ਕਿਨਾਰਾ ਵੀ ਦਿਖਾਈ ਦਿੰਦਾ ਹੈ। ਸੋ ਡੋਵਰ ਬੀਚ ਜਿਹੜਾ ਹੈਗਾ ਇੱਥੇ ਕੀ ਹੈ, ਇੱਥੇ ਇੱਕ ਪਾਸੇ ਤਾਂ ਇੰਗਲੈਂਡ ਹੈਗਾ ਔਰ ਦੂਸਰੇ ਪਾਸੇ ਕੀ ਹੈਗਾ, ਫਰਾਂਸ। ਕਲੀਅਰ। ਹੁਣ ਇੰਨਾ ਆਈ ਹੋਪ ਯੂ ਹੈਵ ਅੰਡਰਸਟੂਡ ਵਾਟ ਆਈ ਐਮ ਟਰਾਈਂਗ ਟੂ ਟੈਲ ਯੂ। ਦੇਖੋ ਇਹਨੂੰ ਹੁਣ ਕਿ the sea is calm tonight, the tide is full, the moon lies fair upon the straits। ਅੱਗੇ ਦੇਖੋ ਹੁਣ, on the French coast the light gleams and is gone। ਸੋ ਸਾਹਮਣੇ ਕੀ ਦਿਖ ਰਿਹਾ ਹੈਗਾ, ਫਰਾਂਸ ਦਿਖ ਰਿਹਾ ਹੈਗਾ। ਫਰਾਂਸ ਦਾ ਕਿਨਾਰਾ, ਸਮੁੰਦਰੀ ਕਿਨਾਰਾ ਦਿਖ ਰਿਹਾ ਹੈਗਾ। ਸੋ ਕਿਉਂਕਿ ਇੱਧਰਲੇ ਪਾਸੇ ਕੀ ਹੈ, ਇੰਗਲੈਂਡ ਹੈਗਾ ਜਿੱਥੇ ਖੜਾ ਹੈਗਾ, ਔਰ ਸਾਹਮਣੇ ਕੀ ਹੈ, ਫਰੈਂਚ ਕੋਸਟ ਇਜ਼ ਦੇਅਰ। ਸੋ ਔਨ ਦ ਫਰੈਂਚ ਕੋਸਟ ਦ ਲਾਈਟ ਗਲੀਮਸ ਐਂਡ ਇਜ਼ ਗੋਨ। ਸੋ ਫਰੈਂਚ ਕੋਸਟ 'ਤੇ ਰੌਸ਼ਨੀਆਂ ਚਮਕ ਰਹੀਆਂ, ਜਗਦੀਆਂ ਬੁਝ ਰਹੀਆਂ ਹੈਗੀਆਂ, ਕਦੀ ਜਗਦੀਆਂ ਕਦੀ ਬੁਝਦੀਆਂ ਹੈਗੀਆਂ। ਸੋ ਸਮਟਾਈਮਸ ਦ ਲਾਈਟਸ ਆਰ ਦ ਕੋਸਟ ਲਾਈਟਸ ਕੈਨ ਬੀ ਸੀਨ। ਜਿਹੜੀਆਂ ਕਿ ਸਮੁੰਦਰ ਦੇ ਕਿਨਾਰੇ 'ਤੇ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਉਹ ਤਾਂ ਫਰਾਂਸ ਦਿਖ ਰਿਹਾ ਹੈਗਾ ਔਰ ਲਾਈਟਾਂ ਦਿਖ ਰਹੀਆਂ। ਸੋ ਸਮਟਾਈਮਸ they can be seen and sometimes those lights cannot be seen। The cliffs of England stand glimmering and vast out in the tranquil bay। और ਇੱਥੇ ਹੀ ਇੱਕ ਸਾਹਮਣੇ ਤਾਂ ਫਰਾਂਸ ਦਾ ਕਿਨਾਰਾ ਦਿਖਾਈ ਦੇ ਰਿਹਾ ਔਰ ਇੱਥੇ ਕੀ ਹੈਗਾ, ਇੱਥੇ ਇੱਧਰਲੀ ਸਾਈਡ 'ਤੇ ਜਿੱਧਰ ਪੋਇਟ ਖੜਾ ਹੈ ਉੱਥੇ ਕੀ ਦਿਖ ਰਹੀਆਂ, ਉੱਥੇ ਮਾਊਂਟੇਨਸ ਕੈਨ ਬੀ ਸੀਨ, ਦ ਕਲਿਫਸ ਆਫ ਇੰਗਲੈਂਡ। ਕਲੀਅਰ। ਜਿਹੜੇ ਕਿ ਪਾਣੀ ਵਿੱਚ ਅੱਗੇ ਤੱਕ ਗਈਆਂ ਹੋਈਆਂ, ਪਹਾੜ ਦੀਆਂ ਚੋਟੀਆਂ ਜਿਹੜੀਆਂ ਕਿ ਪਾਣੀ ਦੇ ਵਿੱਚ ਅੱਗੇ ਤੱਕ ਗਈਆਂ ਹੋਈਆਂ। ਦੇਖੋ ਇਹਨੂੰ ਹੁਣ, ਦ ਕਲਿਫਸ ਆਫ ਇੰਗਲੈਂਡ stand glimmering and vast, so they are also shining in the moonlight। ਸਾਹਮਣੇ ਸਮੁੰਦਰੀ ਕਿਨਾਰਾ ਹੈਗਾ, ਇੱਕ ਹੋਰ ਕੰਟਰੀ ਦਿਖ ਰਹੀ ਹੈ ਫਰਾਂਸ, ਔਰ ਇੱਧਰਲੇ ਪਾਸੇ ਪਰਬਤ ਹੈਗੇ ਹੈ ਜਿਹੜੇ ਕਿ that are stretching out in the water and they are glimmering, they are shining softly in the moonlight and they are very vast। ਸੋ ਜਿਹੜੇ ਪਹਾੜ ਹੈਗੇ ਉਹ ਕੀ ਹੈ, ਬਹੁਤ ਜ਼ਿਆਦਾ ਹਿਊਜ ਹੈ, ਬਹੁਤ ਵੱਡੇ ਹੈ। ਨੈਕਸਟ ਦੇਖੋ ਹੁਣ, ਗਲਿਮਰਿੰਗ ਐਂਡ ਵਾਸਟ ਆਊਟ ਇਨ ਦਾ ਟਰੈਂਕੁਇਲ ਬੇ। ਸੋ ਜਿਹੜੇ ਪਹਾੜ ਹੈ ਉਹ ਅੱਗੇ ਤੱਕ ਸਮੁੰਦਰ ਦੇ ਵਿੱਚ ਗਏ ਹੋਏ ਹੈ। ਟਰੈਂਕੁਇਲ ਦਾ ਮਤਲਬ ਹੀ ਕੀ ਹੈ, ਵੈਰੀ ਕਾਮ, ਵੈਰੀ ਪੀਸਫੁਲ। ਸੋ ਬਹੁਤ ਸ਼ਾਂਤੀ ਹੈ ਔਰ ਇੱਧਰੋਂ ਦੀ ਪਹਾੜ ਦਿਖ ਰਹੇ ਹੈਗੇ ਜਿਹੜੇ ਕਿ ਅੰਦਰ ਤੱਕ ਸਮੁੰਦਰ ਦੇ ਗਏ ਹੋਏ ਹੈ। Come to the window, sweet is the night air। So after giving a description of the scenery, he addresses the person who is accompanying him, who is standing next to him। So ਹੁਣ ਕੀ ਹੈ, ਹੁਣ ਇੰਨਾ ਸਾਰਾ ਦੱਸ ਕੇ ਕਿ ਸਮੁੰਦਰ ਕਿੱਦਾਂ ਦਾ ਸ਼ਾਂਤ ਹੈ, ਸਾਹਮਣੇ ਫਰਾਂਸ ਦਾ ਕਿਨਾਰਾ ਦਿਖਾਈ ਦੇ ਰਿਹਾ। ਸੋ ਉਸ ਤੋਂ ਬਾਅਦ ਉਹ ਕੀ ਕਹਿੰਦਾ ਹੈਗਾ, ਉਹ ਆਪਣੇ ਨਾਲ ਆਏ ਵਿਅਕਤੀ ਨੂੰ ਸੰਬੋਧਨ ਕਰਦਾ ਹੈਗਾ। ਸੋ ਕੀ ਕਹਿੰਦਾ, ਉਹਨੂੰ ਕੀ ਕਹਿੰਦਾ, ਕਮ ਟੂ ਦ ਵਿੰਡੋ। ਕਿ ਜਿਹੜੇ ਰੂਮ 'ਚੋਂ ਹੈਗੇ ਉੱਥੇ ਉਹ ਕੀ ਕਹਿੰਦਾ ਕਿ ਕਮ ਟੂ ਦ ਵਿੰਡੋ, ਸਵੀਟ ਇਜ਼ ਦ ਨਾਈਟ ਏਅਰ। ਕਿ ਜਿਹੜੀ ਨਾਈਟ ਹੈਗੀ ਹੈ ਉਹਦੀ ਜਿਹੜੀ ਹਵਾ ਹੈ ਉਹ ਬਹੁਤ ਹੀ ਸੁਹਾਵਣੀ ਹੈ। ਸਵੀਟ ਇਜ਼ ਦ ਨਾਈਟ ਏਅਰ ਓਨਲੀ ਫਰੋਮ ਦ ਲੌਂਗ ਲਾਈਨ ਆਫ ਸਪਰੇ ਵੇਅਰ ਦ ਸੀ ਮੀਟਸ ਦ moon blanched land। Listen, you hear the grating roar of pebbles which the waves draw back and fling at their return up the high strand। So ਫਿਰ ਉਹ ਕੀ ਕਹਿੰਦਾ ਕਿ sweet is the night air and it is very calm and it is very peaceful। ਔਰ ਸਿਰਫ ਇੱਕ ਆਵਾਜ਼ ਆ ਰਹੀ ਹੈ ਜਿਹੜੀ ਕਿ ਡਿਸਟਰਬ ਕਰ ਰਹੀ ਹੈ, ਉਹ ਕੀ ਹੈਗੀ ਹੈ, ਓਨਲੀ ਫਰੋਮ ਦ ਲੌਂਗ ਲਾਈਨ ਆਫ ਸਪਰੇ। ਜਿਹੜੀ ਪਾਣੀ ਦੀ ਬੌਛਾਰ ਹੈ, ਸਮੁੰਦਰ ਨੈਚੁਰਲੀ ਜਦੋਂ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ ਹੈਗੀਆਂ, ਟਕਰਾਉਂਦੀਆਂ ਹੈ ਕਿਨਾਰੇ ਨੂੰ। ਸੋ ਉੱਥੇ ਕੀ ਹੈਗਾ, ਓਨਲੀ ਫਰੋਮ ਦ ਲੌਂਗ ਲਾਈਨ ਆਫ ਸਪਰੇ ਵੇਅਰ ਦ ਸੀ ਮੀਟਸ
the moon blanched land. Listen, you hear the grating roar of pebbles which the waves draw back and fling. ਸੋ ਕੀ ਕਹਿੰਦਾ ਕਿ ਬਾਕੀ ਤਾਂ ਸਾਰੀ ਸ਼ਾਂਤੀ ਹੈ, ਸਿਰਫ ਇੱਕ ਆਵਾਜ਼ ਹੈ ਜਿਹੜੀ ਕਿ ਥੋੜ੍ਹੀ ਜਿਹੀ ਕੰਨਾਂ ਨੂੰ ਡਿਸਟਰਬ ਕਰ ਰਹੀ ਹੈ, ਔਰ ਉਹ ਕਿਹੜੀ ਹੈਗੀ ਹੈ? ਇਟ ਇਜ਼ the sound is coming from the waves as they strike against the seashore. ਸੋ ਕਹਿੰਦਾ ਕਿ ਜਦੋਂ ਲਹਿਰਾਂ ਆ ਕੇ ਮੂਨ ਬਲੈਂਚਡ ਲੈਂਡ, ਕਿ ਉਸ ਧਰਤੀ 'ਤੇ ਆ ਕੇ ਜਦੋਂ ਉਹ ਲਹਿਰਾਂ ਟਕਰਾਉਂਦੀਆਂ, the land that is lit up by the moonlight, ਸੋ ਉਦੋਂ ਜਿਹੜੀ ਆਵਾਜ਼ ਆਉਂਦੀ ਹੈ ਲਹਿਰਾਂ ਦੀ ਕਿਨਾਰੇ ਨਾਲ ਆ ਕੇ ਟਕਰਾਉਣ ਦੀ, ਉਹੀ ਥੋੜ੍ਹੀ ਜਿਹੀ ਡਿਸਟਰਬੈਂਸ ਕ੍ਰੀਏਟ ਕਰ ਰਹੀ ਹੈ। ਠੀਕ ਹੈ, ਸੋ ਇੱਥੇ ਵੀ ਤੁਸੀਂ ਇਹ ਦੇਖੋ ਕਿ ਡਿਸਟਰਬੈਂਸ ਕਿੱਥੋਂ ਹੋ ਰਹੀ ਹੈ, ਕਿਉਂਕਿ ਜਿਹੜੀਆਂ ਲਹਿਰਾਂ ਹੈਗੀਆਂ ਉਹ ਆਪਣੇ ਨਾਲ ਕੀ ਲੈ ਕੇ ਆਉਂਦੀਆਂ? ਸਮੋਲ ਪੈਬਲਸ ਕੀ ਹੁੰਦੇ? ਛੋਟੇ ਛੋਟੇ ਪੱਥਰ। ਇਹ ਸੋ ਲਹਿਰਾਂ ਕੀ ਕਰਦੀਆਂ? ਲਹਿਰਾਂ ਤੁਸੀਂ ਜੇ ਇਫ ਯੂ ਹੈਵ ਬੀਨ ਟੂ ਅ ਸੀ ਸ਼ੋਰ, ਯੂ ਮਾਈਟ ਹੈਵ ਨੋਟਿਸਡ ਕਿ ਸਾਰਾ ਦਿਨ ਕੀ ਸਮੁੰਦਰ ਦਾ ਚੱਲਦਾ ਰਹਿੰਦਾ ਕਿ ਲਹਿਰਾਂ ਆਉਂਦੀਆਂ ਔਰ ਉਹ ਕਿਨਾਰੇ 'ਤੇ ਟਕਰਾਉਂਦੀਆਂ, ਐਂਡ ਦੈਨ ਦੇ ਗੋ ਬੈਕ, ਫਿਰ ਅਗੇਨ ਦੇ ਕਮ ਐਂਡ ਅਗੇਨ ਦੇ ਸਟਰਾਈਕ ਅਗੇਂਸਟ ਦ ਸੀ ਸ਼ੋਰ ਐਂਡ ਦੈਨ ਦੇ ਗੋ ਬੈਕ। ਸੋ ਇਹ ਪ੍ਰੋਸੈਸ ਸਾਰਾ ਦਿਨ ਚੱਲਦਾ ਰਹਿੰਦਾ। ਕਲੀਅਰ? ਹੁਣ ਕਿੱਥੋਂ ਦੀ ਆਵਾਜ਼ ਆ ਰਹੀ ਹੈ ਕਿ ਜਦੋਂ ਲਹਿਰਾਂ ਆਉਂਦੀਆਂ ਕਿਨਾਰੇ ਤੱਕ ਤਾਂ ਆਪਣੇ ਨਾਲ ਪੱਥਰ ਲੈ ਕੇ ਆਉਂਦੀਆਂ, ਔਰ ਉਹ ਜਿਹੜੇ ਪੱਥਰ ਹੈ ਉਹ ਫਿਰ ਜਦੋਂ ਵੱਜਦੇ ਆ ਕਿਨਾਰੇ ਦੇ ਨਾਲ ਆ ਕੇ ਤਾਂ ਇੱਕ ਆਵਾਜ਼ ਸੁਣਾਈ ਦਿੰਦੀ ਜਿਹੜੀ ਕਿ ਥੋੜ੍ਹੀ ਜਿਹੀ ਕੰਨਾਂ ਨੂੰ ਅੱਖਰਦੀ ਹੈ। ਦੇਖੋ, where the sea meets the moon blanched land, listen, you hear the grating roar of pebbles. Pebbles are the small stones which the waves draw back and fling at their return up the high strand. ਸੋ ਇਹ ਪੈਬਲਸ ਸਮੁੰਦਰ ਨੇ ਕਿੱਥੋਂ ਇਕੱਠੇ ਕੀਤੇ ਸੀਗੇ? ਕਿਨਾਰੇ ਤੋਂ ਹੀ। ਕਲੀਅਰ? ਆਪਣੇ ਨਾਲ ਲੈ ਗਏ ਪਹਿਲਾਂ ਲਹਿਰਾਂ, ਫਿਰ ਜਦੋਂ ਵਾਪਸ ਆਈਆਂ ਤਾਂ ਫਿਰ ਉਹੀ ਜਿਹੜੇ ਸੀਗੇ ਪੱਥਰ ਛੋਟੇ ਛੋਟੇ ਜਿਹੜੇ ਪੈਬਲ ਸੀਗੇ ਉਹ ਲਹਿਰਾਂ ਨੇ ਪਟਕਾ ਕੇ ਮਾਰੇ ਕਿਹਦੇ ਉੱਪਰ? ਕਿਨਾਰੇ ਉੱਪਰ, ਤਾਂ ਉਹ ਆਵਾਜ਼ ਆਈ। ਸੋ ਉੱਥੋਂ ਦੀ ਹੀ ਸਮੁੰਦਰ ਦੀਆਂ ਲਹਿਰਾਂ ਲੈ ਕੇ ਗਈਆਂ ਸੀ, ਉੱਥੇ ਹੀ ਲਿਆ ਕੇ ਉਹਨਾਂ ਨੇ ਵਾਪਸ ਸੁੱਟ ਦਿੱਤੇ, ਔਰ ਜਿਹੜੀ ਫਿਰ ਆਵਾਜ਼ ਆ ਰਹੀ ਸੀ ਆਫ ਪੈਬਲਸ which the waves draw back and fling at their return up the high strand. So up the high strand ਦਾ ਉਹੀ ਮਤਲਬ ਹੈ ਸਮੁੰਦਰ ਦਾ ਕਿਨਾਰਾ, ਸੀ ਸ਼ੋਰ। Begin and cease and then again begin with tremulous cadence slow and bring the eternal note of sadness in. So this process goes on repeating itself. ਸੋ ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸਾਰਾ ਦਿਨ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ ਰਹਿੰਦੀਆਂ, ਕਿਨਾਰੇ 'ਤੇ ਟਕਰਾਉਂਦੀਆਂ, ਫਿਰ ਵਾਪਸ ਜਾਂਦੀਆਂ। ਸੋ ਕੀ ਕਹਿੰਦਾ ਕਿ ਇਹ ਜਿਹੜੀ ਆਵਾਜ਼ ਹੈਗੀ ਹੈ, ਇਟ ਬਿਗਿਨਸ ਸਮਟਾਈਮਸ ਐਂਡ ਦੈਨ ਇਟ ਸਟੋਪਸ। ਕਲੀਅਰ? ਕਿ ਆਈਆਂ ਲਹਿਰਾਂ, ਆਵਾਜ਼ ਆਈ, ਫਿਰ ਲਹਿਰਾਂ ਚਲੇ ਗਈਆਂ ਵਾਪਸ, ਆਵਾਜ਼ ਖਤਮ ਹੋ ਗਈ, ਐਂਡ ਦੈਨ ਅਗੇਨ ਬਿਗਿਨ ਐਂਡ ਦੈਨ ਅਗੇਨ ਦ ਵੇਵਸ ਕਮ ਟੂ ਦ ਸ਼ੋਰ with tremulous cadence slow and bring the eternal note of sadness in. ਸੋ ਇਹ ਜਦੋਂ ਲਹਿਰਾਂ ਆਉਂਦੀਆਂ ਹੈਗੀਆਂ ਤਾਂ ਇੱਕ ਸੰਗੀਤ ਹੈ, ਇਟ ਹੈਜ਼ ਅ ਸਲੋ ਮਿਊਜ਼ਿਕ ਆਫ ਇਟਸ ਓਨ। ਲਹਿਰਾਂ ਦਾ ਆਉਣਾ ਅਤੇ ਟਕਰਾਉਣਾ। ਸੋ ਦੇਖੋ ਇਹਨੂੰ, ਬਿਗਿਨ ਐਂਡ ਸੀਜ਼ ਐਂਡ ਦੈਨ ਅਗੇਨ ਬਿਗਿਨ with tremulous cadence slow and bring the eternal note of sadness in. ਔਰ ਇਹ ਜਿਹੜਾ ਲਹਿਰਾਂ ਦਾ ਸੰਗੀਤ ਹੈ, ਜਿਹੜਾ ਲਹਿਰਾਂ ਦਾ ਸ਼ੋਰ ਹੈਗਾ, it somehow makes one sad. It strikes a note of sadness, ਕਿ ਇੱਕ ਉਦਾਸੀ ਆ ਜਾਂਦੀ ਹੈ ਜਦੋਂ ਤੁਸੀਂ ਸਮੁੰਦਰ ਦੇ ਕਿਨਾਰੇ ਬੈਠੇ ਹੋਵੋ ਅਤੇ ਲਹਿਰਾਂ ਦੀ ਆਵਾਜ਼ ਲਗਾਤਾਰ ਜਿਹੜੀ ਚੱਲ ਰਹੀ ਹੈ ਉਹ ਸੁਣ ਰਹੇ ਹੋਵੋ, then you tend to become a little sad. ਤੁਸੀਂ ਥੋੜ੍ਹੇ ਜਿਹੇ ਉਦਾਸ ਹੋ ਜਾਂਦੇ ਹੋ। Okay, so ਹੁਣ I hope this much is clear. So now I make an end here and I'll continue with this in my next lecture.